ਇਹ ਬ੍ਰਹਮ ਦੀ ਵਿਚਾਰ ਹੋ ਰਹੀ ਹੈ। ਇਸ ਕਰਕੇ ਇਹਨੂੰ ਪੱਲੇ ਬੰਨਣਾ ਹੈ, ਧਿਆਨ ਦੇ ਕਰਕੇ ਇਕਾਗਰ ਚਿੱਤ ਹੋ ਕੇ ਸਰਵਣ ਕਰਨਾ ਹੈ। ਇਹ ਸਾਰੀ ਬ੍ਰਹਮ ਦੀ ਵਿਚਾਰ ਹੈ, ਇਹ ਸਾਡੇ ਵਾਸਤੇ ਹੈ। ਸਾਖੀ ਵੀ ਸਾਡੇ ਵਾਸਤੇ ਹੁੰਦੀ, ਸਿੱਖਿਆ ਲੈਣੀ ਹੁੰਦੀ। ਇਹ ਦਰਅਸਲ ਵਿੱਚ ਸਿੱਧੇ ਰੂਪ ਵਿੱਚ ਸਾਨੂੰ ਸਿੱਖਿਆ ਦਿੱਤੀ ਵੀ ਕਿਵੇਂ ਕਿਵੇਂ ਕੀ ਹੁੰਦਾ ਹੈ। ਇਸ ਕਰਕੇ ਸਮਝਿਓ, ਆਪੋ ਆਪਣੇ ਵਿਚਾਰ ਨੇ। ਕਹਿੰਦੇ ਮੈਂ ਤੇ ਇਹ ਕਹਿਣਾ, ਜਿਹੜਾ ਸਰੀਰ ਹੈ ਨਾ, ਜੇ ਇਸ ਦੇ ਵਿੱਚ ਆਤਮਾ ਨਹੀਂ, ਪਰਮਾਤਮਾ ਦੀ ਜੋਤ ਨਹੀਂ, ਤੇ ਇਹ ਮਿੱਟੀ ਹੈ, ਜੜ ਹੈ, ਨਾ ਹਿਲ ਸਕਦਾ ਹੈ, ਨਾ ਕਿਰਿਆ ਕਰ ਸਕਦਾ ਹੈ, ਨਾ ਹੱਥ ਹਿਲਾ ਸਕਦਾ ਹੈ, ਨਾ ਬੋਲ ਸਕਦਾ ਹੈ। ਹੁਣ ਬੋਲ ਰਿਹਾ, ਹੱਥ ਹਿਲਾ ਰਿਹਾ, ਇਹ ਕਿਹਦੀ ਤਾਕਤ ਹੈ? ਇੱਕ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੈ ਨਾ, ਉਹਦੀ ਜੋਤ ਅੰਦਰ ਹੈ, ਉਹਦਾ ਅੰਸ਼ ਆਪਾਂ। ਕਹੋ ਕਬੀਰ ਰਾਮ ਕੀ ਅੰਸ਼। ਮਹਾਰਾਜ ਕਹਿੰਦੇ ਜੇ ਤੇਰੇ ਵਿੱਚ ਆਤਮਾ ਹੈ ਤੇ ਤੂੰ ਕੋਈ ਕਿਰਿਆ ਕਰ ਸਕਦਾ ਹੈ। ਇਸੇ ਕਰਕੇ ਆਖਿਆ ਆਪਣੇ ਮੂੰਹ ਤੋਂ ਗਾਲਾਂ ਨਾ ਕੱਢੀ ਕਿਸੇ ਨੂੰ, ਝੂਠ ਨਾ ਬੋਲੀ, ਮੰਦੇ ਬੋਲ ਨਾ ਬੋਲੀ, ਮਾੜਾ ਨਾ ਸੁਣੀ, ਮਾੜਾ ਨਾ ਵੇਖੀ, ਕਿਉਂਕਿ ਉਹ ਤੇਰੇ ਅੰਦਰ ਹੈ, ਆਤਮਾ ਤੇਰੇ ਅੰਦਰ ਹੈ। ਅਸਲ ਵਿੱਚ ਤੂੰ ਆਤਮਾ ਪ੍ਰਾਤਮਾ ਇੱਕੋ ਕਰੈ ਮਨ, ਤੂੰ ਜੋਤ ਸਰੂਪ ਹੈ। ਆਪਣਾ ਮੂਲ ਪਛਾਣਨ ਵਾਸਤੇ ਆਇਆ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਐ ਮੇਰਿਆ ਮਨਾ, ਹਰੀ ਅਕਾਲ ਪੁਰਖ ਵਾਹਿਗੁਰੂ ਸਦਾ ਤੇਰੇ ਨਾਲ ਹੈ। ਪਰ ਅਗਿਆਨੀ ਮਨੁੱਖੇ ਕਿਵੇਂ ਸਮਝਦਾ ਹੈ? ਸਮਝਦਾ ਹੀ ਨਹੀਂ। ਕਹਿੰਦੇ ਮਨ ਹਰ ਜੀ ਤੇਰੇ ਨਾਲ ਹੈ, ਰੰਗ ਕਿਵੇਂ ਮਾਣ ਸਕਦਾ ਹੈ? ਕਿਵੇਂ ਇਹ ਪਹਿਚਾਨ ਕਰ ਸਕਦਾ ਹੈ? ਗੁਰਮਤੀ ਰੰਗ ਮਾਣ। ਬੜੀ ਸੌਖੀ ਗੱਲ ਹੈ, ਬੜਾ ਸੌਖਾ ਸਰਲ ਗੁਰਬਾਣੀ ਨੇ ਸਮਝਾਇਆ। ਬਸ ਕਮਾਈ ਕਰਨ ਦੀ ਲੋੜ ਹੈ ਉਹਦੇ ਤੇ। ਇਸ ਪ੍ਰਕਾਰ ਕਹਿੰਦੇ ਗੁਰਮਤੀ, ਗੁਰੂ ਦੀ ਮੱਤ ਲੈ ਕਰਕੇ, ਨਾਮ ਜਪ ਕੇ, ਸੇਵਾ ਸਿਮਰਨ ਕਰਕੇ, ਭਜਨ ਬੰਦਗੀ ਕਰਕੇ, ਸਾਦਾ ਜੀਵਨ ਜੀ ਕੇ ਬਹੁਤ ਕੁਝ ਪ੍ਰਾਪਤ ਹੋ ਸਕਦਾ ਹੈ। ਤੋ ਇਸ ਕਰਕੇ ਕੀ ਕਹਿੰਦੇ ਨੇ? ਕਹਿੰਦੇ ਇਉਂ ਜਾਣੋ ਕਿ ਦੇਹ ਤਾਂ ਜੜ ਹੈ, ਜੇ ਆਤਮਾ ਨਹੀਂ ਨਾ ਤੇ ਯਾਦ ਰੱਖ ਤੂੰ ਕੁਝ ਵੀ ਨਹੀਂ ਕਰ ਸਕਦਾ। ਜਿਵੇਂ ਸੰਤ ਕਹਿੰਦੇ ਸੀ ਨਾ, ਸੰਤ ਜੀ ਬਚਨ ਕਰਦੇ ਸੀ, ਕਹਿੰਦੇ ਮਿੱਟੀ ਹੈ, ਮਿੱਟੀ ਨਾਲ ਸੰਬੰਧ ਕੋਈ ਨਹੀਂ ਹੋਣਾ, ਜਿਉਂਦੇ ਨੂੰ ਫੜ ਕੇ ਨਹੀਂ ਲਿਜਾ ਸਕਦੇ। ਗੁਰੂ ਸਾਹਿਬ ਦੀ ਕਿਰਪਾ ਹੈ। ਇਹ ਬਚਨ ਕਰਦੇ ਹੁੰਦੇ ਸੀ ਕਿ ਜੇ ਸਰੀਰ ਦੇ ਵਿੱਚੋਂ ਜੋਤ ਹੀ ਨਿਕਲ ਜਾਣੀ ਹੈ, ਸ਼ਹੀਦੀ ਪ੍ਰਾਪਤ ਕਰਕੇ ਸਵਾਸ ਨਿਕਲ ਗਏ, ਤੇ ਫਿਰ ਮਿੱਟੀ ਹੋਣੀ ਹੈ, ਉਹਦੇ ਨਾਲ ਸੰਬੰਧ ਕੋਈ ਨਹੀਂ, ਲੈ ਜਾਣ ਜਿੱਥੇ ਮਰਜੀ, ਪਰ ਜਿਉਂਦੇ ਨੂੰ ਫੜ ਕੇ ਨਹੀਂ ਲਿਜਾ ਸਕਦੇ। ਇਸੇ ਪ੍ਰਕਾਰ ਕਹਿੰਦੇ ਪੰਚ ਤਤ ਛੁੱਟ ਜਾਹੇ। ਚੇਤਾ ਰੱਖੋ, ਮਨੁੱਖ ਜਿਹੜਾ ਹੈ ਨਾ, ਪੰਜਾਂ ਤੱਤਾਂ ਤੋਂ ਕਹਿੰਦੇ ਬਣਿਆ। ਹਵਾ, ਪਾਣੀ, ਅੱਗ, ਮਿੱਟੀ ਤੇ ਆਕਾਸ਼, ਇਹ ਸਾਰਾ ਕੁਝ ਇਹਦੇ ਨਾਲ ਜੁੜਿਆ ਹੋਇਆ। ਇਸ ਪ੍ਰਕਾਰ ਕਹਿੰਦੇ ਛੁੱਟ ਜਾਣ, ਆਤਮਾ ਨਿਕਲ ਜਾਏ, ਜੋਤ ਨਿਕਲ ਜਾਏ, ਤੇ ਜਾੜੀ ਰਹਿ ਗਈ। ਕਹਿੰਦੇ ਬੁੱਧੀ ਤੋਂ ਲੈ ਕੇ ਪ੍ਰਾਣਾ ਤੱਕ, ਮਨ, ਬੁੱਧ, ਚਿੱਤ, ਅਹੰਕਾਰ, ਚਤੁਸ਼ਟਾ, ਚਾਰ ਚੀਜ਼ਾਂ ਨੇ ਨਾ, ਇਹਨੂੰ ਚਤੁਸ਼ਟਾ ਕਹਿੰਦੇ ਨੇ। ਅੰਤःਕਰਨ ਜਿਹਨੂੰ ਆਪਾਂ ਕਹਿੰਦੇ ਆ, ਮਨ, ਬੁੱਧ, ਚਿੱਤ, ਅਹੰਕਾਰ, ਇਹ ਚਾਰਾਂ ਦਾ ਆਪਸ ਵਿੱਚ ਬੜਾ ਡੂੰਘਾ ਸੰਬੰਧ ਹੈ। ਕਹਿੰਦੇ ਉਸ ਤੱਕ ਸਾਰਾ ਕੁਝ ਹੀ ਜੜ ਹੋ ਜਾਏਗਾ। ਜੇ ਆਤਮਾ ਨਿਕਲ ਗਈ, ਜੋਤ ਨਿਕਲ ਗਈ, ਤੇ ਕਹਿੰਦੇ ਨਾ ਮਨ ਨੇ ਕੁਝ ਸੋਚ ਹੋਣਾ, ਮਨ ਤੋਂ, ਮਨ ਵਿੱਚ ਕੋਈ ਖਿਆਲ ਹੀ ਨਹੀਂ ਆਉਣਾ, ਤੇ ਮਨ ਕਾਹਦਾ ਰਹਿ ਗਿਆ? ਬੁੱਧੀ ਦੀ ਸੋਚ ਹੀ ਨਹੀਂ ਰਹਿਣੀ, ਤੇ ਬੁੱਧੀ ਕਾਹਦੀ ਰਹਿ ਗਈ? ਚਿੱਤ ਵਿੱਚ ਕੋਈ ਫੁਰਨਾ ਆਉਣਾ ਹੀ ਨਹੀਂ, ਤੇ ਚਿੱਤ ਕਾਹਦਾ ਰਹਿ ਗਿਆ? ਇਸ ਕਰਕੇ ਹੰਕਾਰ ਵੀ ਨਹੀਂ ਹੋਣਾ। ਜੇ ਪੱਲੇ ਹੀ ਨਹੀਂ ਕੱਖ ਹੋਣਾ, ਕੱਲਾ ਮਿੱਟੀ ਰਹਿ ਜਾਣੀ, ਫਿਰ ਤੇ ਲੋਕਾਂ ਨੇ ਵੀ ਕਹਿਣਾ ਚਲੋ ਚਲੋ ਭਾਈ ਇਹਨੂੰ ਸਾੜ ਕੇ ਆਈਏ, ਇਉਂ ਕਹਿਣਾ। ਫਿਰ ਕਿਸੇ ਨੇ ਨਹੀਂ ਕਹਿੰਦੇ ਬਾਤ ਪੁੱਛਣੀ। ਇਸ ਕਰਕੇ ਸਾਰਿਆਂ ਨਾਲੋਂ ਜੇ ਵੱਧ ਮਹੱਤਤਾ ਹੈ ਉਹ ਤਾਂ ਬ੍ਰਹਮ ਦੀ ਹੈ, ਆਤਮਾ ਦੀ ਹੈ। ਜੇ ਅੰਦਰ ਆਤਮਾ ਨਹੀਂ ਤੇ ਕਹਿੰਦੇ ਕੱਖ ਵੀ ਨਹੀਂ, ਮਿੱਟੀ ਹੈ। ਦੋ ਗੱਲਾਂ ਨੇ, ਇੱਕ ਬ੍ਰਹਮ ਹੈ, ਇੱਕ ਆਤਮਾ ਹੈ। ਜਿਹੜੀ ਸਾਡੇ ਅੰਦਰ ਹੈ ਉਹਦਾ ਨਾਮ ਆਤਮਾ ਹੈ, ਜਿਹੜਾ ਸਾਰੇ ਜਗਤ ਵਿੱਚ ਸਾਨੂੰ ਭਾਸ ਰਿਹਾ, ਦਿਸ ਰਿਹਾ, ਜਿਵੇਂ ਸਾਰਿਆਂ ਦੇ ਵਿੱਚ ਆਪਾਂ ਕਹਿੰਦੇ ਆ ਪਰਮਾਤਮਾ ਹੈ, ਇਸ ਦਾ ਨਾਮ ਬ੍ਰਹਮ ਹੈ। ਚੇਤਾ ਰੱਖਿਓ, ਜਿਹੜਾ ਤਾਂ ਸਾਡੇ ਅੰਦਰ ਹੈ ਉਹਨੂੰ ਨਾਮ ਦਿੱਤਾ ਗਿਆ ਹੈ, ਇੱਕ ਹੀ ਹੈ, ਨਾਮ ਦੇ ਦਿੱਤਾ ਗਿਆ ਕਿ ਉਹ ਆਤਮਾ ਹੈ। ਜਿਹੜੀ ਬਾਹਰ ਸਾਰਿਆਂ ਵਿੱਚ ਆਪਾਂ ਵੇਖਦੇ ਹਾਂ, ਸਾਰਿਆਂ 'ਚ ਪਰਮਾਤਮਾ ਹੈ, ਉਹ ਬ੍ਰਹਮ ਹੈ। ਇਸ ਪ੍ਰਕਾਰ ਕਹਿੰਦੇ ਉਹ ਆਪਣੇ ਆਪ ਹੀ, ਆਪੇ ਤੋਂ ਹੀ ਪੈਦਾ ਹੋਇਆ ਹੈ। ਚੇਤਨ ਆਪੇ ਆਹੇ। ਉਹੀ ਗੱਲ ਹੈ ਕਿ ਸਤ ਚਿਤ ਆਨੰਦ ਸਵਰੂਪ ਜਿਹੜਾ ਪਰਮਾਤਮਾ ਹੈ,
ਕਹਿੰਦੇ ਦੇ ਜੜ ਹੋ ਜਾਵੇਗੀ, ਪੰਜ ਤੱਤ ਛੁੱਟ ਜਾਣਗੇ, ਅਲੱਗ-ਅਲੱਗ ਹੋ ਜਾਣਗੇ, ਮਨ ਬੁੱਧ ਚਿੱਤ ਹੰਕਾਰ ਕਿਸੇ ਕੰਮ ਨਹੀਂ ਰਹਿਣੇ, ਪਰ ਚੇਤਨ ਆਪੇ ਆ। ਜਿਹੜਾ ਚੇਤਨ ਹੈ ਉਹ ਇੱਕਮਿਕ ਹੋ ਜਾਵੇਗਾ, ਪਰਮ ਸੱਤਾ ਵਿੱਚ ਲੀਨ ਹੋ ਜਾਵੇਗਾ। ਗੁਰਬਾਣੀ ਵਿੱਚ ਵੀ ਆਪਾਂ ਪੜ੍ਹਦੇ ਹਾਂ, ਕੌਣ ਮੂਆ ਰੇ ਕੌਣ ਮੂਆ। ਕਹਿੰਦੇ ਮਰਦਾ ਕੌਣ ਹੈ? ਤੇ ਲੋਕਾਂ ਦੀ ਅਗਿਆਨਤਾ ਹੈ। ਜਦੋਂ ਆਤਮਾ ਨਿਕਲ ਜਾਂਦੀ ਲੋਕੀ ਕਹਿੰਦੇ ਬੰਦਾ ਮਰ ਗਿਆ। ਮਰਦਾ ਕਿਹੜਾ ਕਹਿੰਦੇ ਇੱਥੇ? ਮਹਾਰਾਜ ਕਹਿੰਦੇ ਕੌਣ ਮੂਆ ਰੇ ਕੌਣ ਮੂਆ। ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋ ਚਲਤ ਭਇਆ। ਕਹਿੰਦੇ ਇਹ ਤਾਂ ਆਤਮਾ ਪਰਮਾਤਮਾ ਵਿੱਚ ਮਿਲ ਗਈ, ਮਰਿਆ ਕੌਣ ਹੈ? ਉਹ ਤੇ ਮਿੱਟੀ ਰਹਿ ਗਈ। ਤੇ ਕਹਿੰਦੇ ਇਹ ਤਾਂ ਮਿੱਟੀ ਨਾਲ ਸੰਬੰਧ ਕੋਈ ਨਹੀਂ, ਅਗਿਆਨਤਾ ਹੈ। ਮਨੁੱਖ ਇਹ ਸਮਝ ਲੈਂਦਾ ਵੀ ਬੰਦਾ ਹੀ ਮਰ ਗਿਆ, ਉਹ ਹੈ ਹੀ ਕੁਝ ਨਹੀਂ। ਤੇ ਮਰਨਾ ਕਿੰਨੇ ਹੈ ਤੇ ਇਕੱਲੀ ਆਤਮਾ ਹੈ। ਇਹ ਅਗਿਆਨ ਕਰਕੇ ਬੰਦਾ ਸਮਝ ਲੈਂਦਾ ਹੈ, ਕਿਉਂਕਿ ਮਨੁੱਖ ਆਉਂਦਾ ਹੈ ਉਹਦਾ ਨਾਮ ਰੱਖ ਦਿੱਤਾ ਜਾਂਦਾ ਹੈ। ਕਈ ਮਾਂ ਉਹਨੂੰ ਕਿਸੇ ਹੋਰ ਨਾਮ ਨਾਲ ਜਾਣਦੀ ਹੈ, ਪ੍ਰੇਮ ਦੇ ਨਾਲ ਕਹਿ ਦਿੰਦੀ ਨੇ ਮੇਰਾ ਚੰਨ ਮੇਰਾ ਹੀਰਾ। ਹੁਣ ਹੁੰਦਾ ਥੋੜੀ ਹੈ ਚੰਨ ਹੀਰਾ, ਹੁੰਦਾ ਥੋੜੀ, ਬਸ ਪ੍ਰੇਮ ਦੇ ਵਿੱਚ ਹੈ ਉਹ ਨਾਮ। ਤੇ ਉਦਾਂ ਵੀ ਆਪਾਂ ਨਾਮ ਰੱਖਦੇ ਨੇ, ਇੱਕ ਛੋਟਾ ਨਾਮ ਇੱਕ ਵੱਡਾ ਆ, ਉਹ ਦੋ ਨਾਮ ਰੱਖ ਦਿੰਦੇ ਆ। ਪਰ ਕਹਿੰਦੇ ਅਸਲ ਵਿੱਚ ਹੈ ਉਹ ਕੁਝ ਨਹੀਂ। ਥੋੜੇ ਸਮੇਂ ਵਾਸਤੇ ਇਉਂ ਜਾਣ ਲੈਣਾ ਕਰੋ ਭਾਈ, ਜਿਹੜਾ ਚੇਤਨ ਪਰਮ ਸਰੂਪ ਹੈ ਨਾ ਹੀ ਕੋਈ ਉਹਨੂੰ ਮਾਰ ਸਕਦਾ ਹੈ। ਆਤਮਾ ਤੱਕ ਕਹਿੰਦੇ ਐਡੀ ਪਹੁੰਚ ਹੀ ਨਹੀਂ ਕਿ ਉਹਨੂੰ ਮਾਰ ਸਕੇ, ਕਿਉਂਕਿ ਦਿਸਦੀ ਨਹੀਂ ਨਾ ਮਾਰੈ ਮਰਤਾ ਨਹੀਂ। ਕਹਿੰਦੇ ਨਾ ਹੀ ਉਹ ਮਰਦੀ ਹੈ। ਪੜ੍ਹਦੇ ਆ ਨਾ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਭਇਆ। ਮਰਦਾ ਕੌਣ ਹੈ? ਕਹਿੰਦੇ ਮਰਤਾ ਨਹੀਂ। ਦੂਜਾ ਕੋ ਨਾ ਅਨੂਪ, ਉਸ ਦੇ ਵਰਗਾ ਸੁੰਦਰ ਹੈ ਹੀ ਕੋਈ ਨਹੀਂ। ਆਤਮਾ ਕਰਕੇ ਤੇਰਾ ਵਜੂਦ ਹੈ, ਆਤਮਾ ਕਰਕੇ ਹੀ ਤੇਰੀ ਸੁੰਦਰਤਾ ਹੈ, ਆਤਮਾ ਕਰਕੇ ਹੀ ਤੇਰਾ ਸਰੀਰ ਹੈ, ਆਤਮਾ ਕਰਕੇ ਹੀ ਕਿਰਿਆ ਕਰ ਰਹੇ ਹੈ। ਉਹਦੇ ਤੋਂ ਇਲਾਵਾ ਸੁੰਦਰ ਹੈ ਹੀ ਕੋਈ ਨਹੀਂ। ਜੇ ਉਹ ਨਾ ਵਿੱਚ ਰਵੇ ਤੇ ਤੈਨੂੰ ਕਿਸੇ ਨੇ ਨਹੀਂ ਆਖਣਾ ਕਿ ਬੜਾ ਸੋਹਣਾ ਹੈ, ਇਹਦਾ ਮੁਖ ਬੜਾ ਸੋਹਣਾ ਹੈ, ਇਹਦਾ ਸਰੀਰ ਬੜਾ ਸੋਹਣਾ, ਕਿਸੇ ਨੇ ਨਹੀਂ ਕਹਿਣਾ, ਕਿਉਂਕਿ ਰਹਿ ਹੀ ਨਹੀਂ ਜਾਣਾ, ਕੱਖ ਵੀ ਖਤਮ ਹੋ ਜਾਵੇਗਾ। ਇਸ ਕਰਕੇ ਕਹਿੰਦੇ ਕੱਲੀ ਆਤਮਾ ਹੀ ਹੈ। ਕਹਿੰਦੇ ਉਹ ਤੇ ਇਉਂ ਹੈ ਜਿਵੇਂ ਅੱਗ ਦੇ ਵਿੱਚ ਅੱਗ ਮਿਲ ਜਾਂਦੀ, ਸੀਤ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਹੈ, ਘਿਓ ਦੇ ਵਿੱਚ ਘਿਓ ਮਿਲ ਜਾਂਦਾ ਹੈ। ਇਸ ਪ੍ਰਕਾਰ ਕਹਿੰਦੇ ਪਾਣੀ ਵਾਰ ਜਿਵੇਂ ਸਫਟਕ ਮਣੀ ਹੁੰਦੀ ਨਾ ਸਾਧ ਸੰਗਤ ਜੀ, ਬਲੌਰ ਮਣੀ, ਉਹਦਾ ਵੇਖਣ ਦੇ ਵਿੱਚ ਰੰਗ ਚਿੱਟਾ ਹੁੰਦਾ ਹੈ, ਸਫੈਦ ਹੁੰਦਾ ਹੈ, ਇਉਂ ਭਾਸ ਦੀ ਪ੍ਰਤੀਤ ਹੁੰਦੀ ਹੈ ਕਿ ਚਿੱਟੇ ਰੰਗ ਦੀ। ਪਰ ਜਦੋਂ ਉਹਨੂੰ ਤੁਸੀਂ ਕਿਸੇ ਵਸਤੂ ਦੇ ਕੋਲ ਰੱਖ ਦਿਓਗੇ ਨਾ, ਵਸਤੂ ਦੇ ਨਾਲ, ਉਹ ਉਹੋ ਜਿਹਾ ਹੀ ਰੰਗ ਧਾਰ ਲਏਗੀ। ਲਾਲ ਵਸਤੂ ਕੋਲ ਰੱਖੋਗੇ ਲਾਲ ਹੋ ਜਾਏਗੀ, ਪਰ ਉਸੇ ਵੇਲੇ ਜਦੋਂ ਤੁਸੀਂ ਕੁਝ ਮਿੰਟਾਂ ਬਾਅਦ ਚੱਕੋਗੇ ਉਹਨੇ ਫਿਰ ਉਸੇ ਰੂਪ ਵਿੱਚ ਆ ਜਾਣਾ। ਇਸੇ ਤਰ੍ਹਾਂ ਹੀ ਕਹਿੰਦੇ ਮਨੁੱਖ ਦੇ ਵਿੱਚ ਆਤਮਾ ਹੈ ਤੇ ਉਹ ਦਿਸ ਰਿਹਾ ਕਿ ਇਹ ਕੋਈ ਬੰਦਾ ਹੈ, ਇਹਦਾ ਆਹ ਨਾਮ ਹੈ, ਇੱਥੇ ਇਹ ਪੜ੍ਹਿਆ, ਇੰਨੀ ਇਹਨੇ ਕਮਾਈ ਕੀਤੀ ਹੈ, ਇੰਨਾ ਇਹਦਾ ਸਮਾਂ ਦੁਨੀਆ ਤੇ ਆਇਆ ਹੈ, ਉਦੋਂ ਇਹ ਚਲਿਆ ਗਿਆ, ਬਸ ਇੰਨਾ ਹੀ ਹੈ। ਕੋਈ ਦਿਸ ਰਿਹਾ ਹੈ ਕੁਝ ਵੀ ਨਹੀਂ। ਮਹਾਰਾਜ ਕਹਿੰਦੇ ਆਇਆ ਗਿਆ ਮੋਇਆ ਨਾਓ। ਹੁਣ ਇੱਥੇ ਜਿੰਨੇ ਬੈਠੇ ਹੋ ਨਾ, ਕਿਸੇ ਨੂੰ ਵੀ ਪੜਦਾਦੇ ਦੇ ਦਾਦੇ ਦਾ ਨਾਮ ਨਹੀਂ ਪਤਾ ਹੋਣਾ, ਵੱਧ ਤੋਂ ਵੱਧ ਪੜਦਾਦੇ ਤੱਕ ਪਤਾ ਹੁੰਦਾ ਹੈ ਹਰੇਕ ਨੂੰ ਹੀ। ਜਿੰਨੇ ਬੈਠੇ ਹੋ ਕੋਈ ਵਿਰਲਾ ਹੋਏਗਾ ਜਿਹਨੂੰ ਆਪਣੇ ਦਾਦੇ ਦਾ ਤੇ ਚਲੋ ਨਾਮ ਪਤਾ ਹੈ, ਗਾਂ ਪੜਦਾਦੇ ਦਾ ਵੀ ਪਤਾ ਹੈ, ਉਦੋਂ ਗਾਂ ਉਹਨਾਂ ਦੇ ਕੌਣ ਸੀ ਦਾਦੇ ਪੜਦਾਦੇ ਪਤਾ ਹੈ? ਨਹੀਂ ਪਤਾ। ਇਸ ਕਰਕੇ ਮਹਾਰਾਜ ਕਹਿੰਦੇ ਉਹ ਆਤਮਾ ਹੀ ਆਉਂਦੀ ਜਾਂਦੀ ਹੈ, ਉਹੀ ਜੋਤ ਉਹਦੀ ਅੰਦਰ ਪ੍ਰਕਾਸ਼ ਰਹੀ ਹੈ ਤੇ ਬੰਦਾ ਨਜ਼ਰ ਆ ਰਿਹਾ, ਨਹੀਂ ਤੇ ਅਗਿਆਨ ਹੈ ਸਾਰਾ ਹੀ ਖਤਮ ਹੋ ਜਾਂਦਾ ਹੈ। ਆਇਆ ਗਿਆ, ਆਇਆ ਸੀ ਉਮਰ ਭੋਗੀ ਚਲਿਆ ਗਿਆ, ਮੋਇਆ ਨਾ ਉਹ ਨਾਮ ਹੀ ਭੁੱਲ ਗਏ ਲੋਕੀ ਕਿ ਕੋਈ ਆਇਆ ਸੀ, ਭੁੱਲ ਗਏ ਨਾ। ਅਗਾਂਹ ਦੀ ਗਾਂਹ ਪੀੜੀਆਂ ਚੱਲੀ ਜਾਂਦੀਆਂ, ਚੇਤਾ ਹੀ ਭੁੱਲ ਜਾਂਦਾ ਹੈ। ਹੁਣ ਇੰਨਾ ਕੌਣ ਯਾਦ ਰੱਖੇ, ਪਰ ਯਾਦ ਰਹਿੰਦਾ ਹੈ। ਕੌਣ ਰਹਿੰਦਾ? ਮਹਾਰਾਜ ਕਹਿੰਦੇ ਨਾਮ ਰਹਿਓ ਸਾਧੂ ਰਹਿਓ, ਰਵੇਗਾ ਚੇਤਾ। ਪਰ ਜਿਹੜਾ ਨਾਮ ਜਪਣ ਵਾਲਾ ਸਾਧੂ ਹੈ ਨਾ, ਉਹ ਸਦਾ ਹੀ ਰਹੇਗਾ। ਕਿੰਨੇ ਮਹਾਂਪੁਰਖਾਂ ਨੂੰ ਯਾਦ ਕਰਦੇ ਆਪਾਂ, ਕਿੰਨਿਆਂ ਦੀਆਂ ਬਰਸੀਆਂ ਮਨਾਉਂਦੇ ਆ, ਕਿੰਨਿਆਂ ਦੀ ਯਾਦ ਵਿੱਚ ਜੁੜਦੇ ਆ, ਰਹਿੰਦੇ ਨੇ ਨਾ, ਹੈ ਨੇ।
ਮਹਾਰਾਜ ਕਹਿੰਦੇ ਸਦਾ ਹੀ ਰਹਿਣਗੇ। ਇਸ ਕਰਕੇ ਤਾਂ ਹੀ ਤਾਂ ਕਹਿੰਦੇ ਆ ਭਾਈ ਨਾਮ ਜਪੋ, ਸੇਵਾ ਸਿਮਰਨ ਵਿੱਚ ਜੁੜੋ, ਭਜਨ ਬੰਦਗੀ ਕਰੋ, ਕਿਉਂਕਿ ਸਦੀਵੀ ਕਾਲ ਤੱਕ ਰਹਿਣ ਵਾਲੇ ਮਹਾਂਪੁਰਖ ਨੇ ਬ੍ਰਹਮ ਗਿਆਨੀ ਤਤ ਬੇਤੇ ਹਨ। ਰਹਿਓ ਗੁਰੂ ਗੋਬਿੰਦ, ਤੇ ਉਹਨਾਂ ਨੂੰ ਬਣਾਉਣ ਵਾਲਾ ਜਗਤ ਦਾ ਮਾਲਕ ਰਹਿੰਦਾ ਕਹਿੰਦੇ। ਇਸ ਕਰਕੇ ਹਮੇਸ਼ਾ ਇਹੋ ਹੀ ਰਹਿਣੇ ਨੇ, ਇਹਨਾਂ ਤੋਂ ਇਲਾਵਾ ਕੋਈ ਨਹੀਂ ਰਹਿੰਦਾ ਕਹਿੰਦੇ। ਆਤਮਾ ਹੀ ਰਹਿੰਦੀ ਹੈ, ਹਰੇਕ ਦੇ ਵਿੱਚ ਹੀ ਪੈ ਜਾਂਦੀ। ਕਿੰਨੇ ਤਰ੍ਹਾਂ ਦੇ ਮਨੁੱਖ ਨੇ, ਸਰੀਰ ਹਰ ਸਾਰਿਆਂ ਦੇ ਅੱਡ ਅੱਡ ਨੇ। ਕਦੀ ਸੋਚ ਕੇ ਵੇਖੀਏ ਮਾਲਕ ਨੇ ਕਿੱਡਾ ਖਾਸ ਬਣਾਇਆ ਨਾ ਸਾਨੂੰ। ਸਾਡੇ ਵਰਗਾ ਹੋਰ ਕੋਈ ਨਹੀਂ ਦੁਨੀਆ ਤੇ। ਆਪਣੇ ਆਪ ਵਿੱਚ ਵੱਖਰੇ ਆ, ਆਵਾਜ਼ ਵੱਖਰੀ ਹੈ, ਚਿਹਰਾ ਵੱਖਰਾ ਹੈ, ਸਰੀਰ ਵੱਖਰਾ ਹੈ। ਕਦੀ ਸੋਚਿਆ ਕਰੀਏ, ਫਿਰ ਉਹਦਾ ਸ਼ੁਕਰ ਕਰਿਆ ਕਰੀਏ। ਮਾਲਕਾ ਧੰਨ ਹੈ, ਧੰਨ ਹੈ, ਸ਼ੁਕਰ ਹੈ, ਧੰਨਵਾਦ ਹੈ ਤੁਹਾਡਾ, ਧੰਨਵਾਦ ਹੈ, ਕਿੱਡੀ ਕਿਰਪਾ ਕੀਤੀ ਹੈ। ਤੇ ਆਪ ਜਿਸ ਵਾਸਤੇ ਲੈ ਕੇ ਆਏ ਹੋ ਉਸੇ ਨੂੰ ਹੀ ਕਰੀਏ ਬਸ। ਭਈ ਪ੍ਰਾਪਤ ਮਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਅੱਗੇ ਹੁਣ ਸਤ ਸੰਗਤ ਦੀ ਮਹਾਨਤਾ ਵੀ ਆਵੇਗੀ, ਵੀ ਇੱਥੇ ਬਹਿਣ ਦਾ ਪ੍ਰਤਾਪ ਕੀ ਹੈ, ਕਿਉਂ ਇੱਥੇ ਆਉਣਾ, ਇਹਦੇ ਬਿਨਾ ਗੁਜ਼ਾਰਾ ਨਹੀਂ। ਭਾਵੇਂ ਕੋਈ ਵੀ ਕਰਮ ਕਰ ਲੈ, ਸਮ ਦਮ ਬ੍ਰਹਮਚਰਜ ਜੋਗ ਜਗ ਕੁਝ ਵੀ ਕਰਦਾ ਰਵੇ, ਕਿਸੇ ਕੰਮ ਨਹੀਂ ਜੇ ਸਤ ਸੰਗਤ ਨਹੀਂ। ਇਸ ਕਰਕੇ ਅੱਗੇ ਮਹਾਨਤਾ ਵੀ ਆਵੇਗੀ। ਹੁਣ ਇੱਥੇ ਆਤਮਾ ਦਾ ਜ਼ਿਕਰ ਕਰ ਰਹੇ, ਕਹਿੰਦੇ ਜਿਵੇਂ ਜਿਵੇਂ ਵੀ ਸਰੀਰ ਕਿਸੇ ਦਾ ਹੈ, ਜਿਹਦੀ ਵੀ ਆਪੋ ਆਪਣਾ ਚਿਹਰਾ ਸ਼ਕਲ ਸੂਰਤ ਹੈ, ਆਪੋ ਆਪਣਾ ਕਹਿੰਦੇ ਸੁਭਾਅ ਹੈ, ਬੋਲਾ ਹੈ ਹਰ ਇੱਕ ਦਾ, ਕਹਿੰਦੇ ਉਹ ਆਤਮਾ ਤਾਂ ਹਰੇਕ ਦੇ ਵਿੱਚ ਹੀ ਮਿਲ ਜਾਂਦੀ। ਕਹਿੰਦੇ ਭਰਮ ਦੂਰ ਕਰਕੇ ਵੇਖ ਤਾਂ ਲਵੋ, ਇਸ ਤੋਂ ਇਲਾਵਾ ਹੈ ਕੀ, ਕਾਹਦੀ ਵਿਚਾਰ ਹੈ ਹੀ ਕੁਝ ਨਹੀਂ। ਇੱਕ ਆਤਮਾ ਹੀ ਹੈ, ਇੱਕ ਪ੍ਰਮਾਤਮਾ ਦੀ ਜੋਤ ਹੀ ਹੈ, ਜਿਹਦੇ ਕਰਕੇ ਇਹ ਸੰਸਾਰ ਭਾਸ ਰਿਹਾ ਹੈ। ਬ੍ਰਹਮ ਰੂਪ ਸੰਸਾਰ ਹੈ। ਅਗਿਆਨਤਾ ਕਰਕੇ ਮਨੁੱਖ ਨੂੰ ਇਹ ਜਗਤ ਦਿਸਦਾ ਹੈ। ਅਗਿਆਨਤਾ ਕਰਕੇ ਆਪਾਂ ਨਾਮ ਲੈਂਦੇ ਆ, ਅਗਿਆਨਤਾ ਕਰਕੇ ਕਹਿੰਦੇ ਆ ਉਹ ਚੰਗਾ ਨਹੀਂ, ਉਹ ਚੰਗਾ ਹੈ। ਕਿਸੇ ਨੂੰ ਗਾਲਾਂ ਕੱਢ ਦਿੰਦਾ ਮਨੁੱਖ, ਝੂਠ ਬੋਲ ਦਿੰਦਾ ਹੈ। ਕਿਉਂ ਬੋਲਦਾ ਹੈ? ਕਿਉਂਕਿ ਉਹ ਇਹ ਨਹੀਂ ਜਾਣਦਾ ਕਿ ਉਹਦੇ ਵਿੱਚ ਵੀ ਪਰਮਾਤਮਾ ਹੈ ਤੇ ਮੇਰੇ ਵਿੱਚ ਵੀ ਹੈ। ਜੋਤ ਇੱਕ ਹੀ ਹੈ, ਸਰੀਰ ਅੱਡ ਅੱਡ ਨੇ। ਜਿਵੇਂ ਆਪਾਂ ਪੜ੍ਹਦੇ ਹੁੰਦੇ ਨਾ, ਏਕ ਜੋਤ ਦੋਏ ਮੂਰਤੀ, ਧਨ ਪਿਰ ਕਹੀਏ ਸੋਏ। ਚਲੋ ਇਹ ਵਿਸ਼ਾ ਨਹੀਂ ਆਪਣਾ। ਉੱਥੇ ਪਤੀ ਪਤਨੀ ਦਾ ਸਮਝਾਉਂਦੇ ਵੀ ਸਰੀਰ ਦੋ ਹੁੰਦੇ ਨੇ, ਜੋਤ ਇੱਕ, ਸੋਚ ਇੱਕ ਹੈ, ਤੇ ਅਸਲ ਵਿੱਚ ਪਤੀ ਪਤਨੀ ਨੇ। ਤੋ ਇਹ ਵਿਸ਼ਾ ਨਹੀਂ ਆਪਣਾ। ਅਸਲ ਵਿੱਚ ਸਮਝਾਉਣ ਦਾ ਜ਼ਿਕਰ ਕਰਦੇ, ਕਹਿੰਦੇ ਭਰਮ ਦੂਰ ਕਰੋ, ਪਤਾ ਫਿਰ ਲੱਗੇਗਾ ਕਿ ਵਿਚਾਰ ਕਾਹਦੀ। ਕਹਿੰਦੇ ਜਿਵੇਂ ਚੰਦਰਮਾ ਵੱਲ ਚਕੋਰ ਟਿਕਟਕੀ ਲਗਾ ਕੇ ਵੇਖਦੀ, ਭਾਵ ਇੱਕ ਰਸ ਬਿਰਤੀ ਬਣਾ ਕੇ ਵੇਖਦੀ ਹੋਈ ਰਹਿੰਦੀ ਹੈ ਨਾ, ਇਸ ਤਰ੍ਹਾਂ। ਜਾਂ ਫਿਰ ਇਉਂ ਕਹਿ ਲਓ ਜਿਵੇਂ ਬੱਚੇ ਤੇ ਮਾਂ ਦੀ ਰੀਤ, ਪ੍ਰੀਤ ਰੀਤ ਹੁੰਦੀ, ਬੱਚੇ ਦੇ ਨਾਲ ਮੋਹ ਹੀ ਇੰਨਾ, ਮਮਤਾ ਦੇ ਵਿੱਚ ਆ ਕਰਕੇ ਮਾਤਾ ਜਿਵੇਂ ਪ੍ਰੇਮ ਕਰਦੀ। ਇਉਂ ਕਹਿੰਦੇ ਈਸ਼ਵਰ ਤੇ ਜੀਵ ਦਾ ਸੰਬੰਧ ਜਾਣ ਲੈਣਾ ਕਰੋ ਕਿ ਉਸ ਈਸ਼ਵਰ ਨੇ ਜਗਤ ਨੂੰ ਬਣਾ ਤੇ ਦਿੱਤਾ, ਪੈਦਾ ਤੇ ਕਰ ਦਿੱਤਾ। ਪਰ ਕਹਿੰਦੇ ਇਉਂ ਪ੍ਰਾਣੀ ਦਾ ਨਾਮ ਦੇ ਕਰਕੇ, ਉਹਦੇ ਵਿੱਚ ਆਤਮ ਸੱਤਾ ਪਾ ਕਰਕੇ, ਆਤਮਾ ਪਾ ਕਰਕੇ, ਕਹਿੰਦੇ ਉਹਨੂੰ ਇੱਕ ਰੂਪ ਦੇ ਦਿੱਤਾ ਤੇ ਪ੍ਰੇਮ ਕਰਦਾ ਹੈ। ਹੁਣ ਕਿਵੇਂ ਕਹਿ ਸਕਦੇ ਵੀ ਪ੍ਰੇਮ ਕਿਵੇਂ ਕਰਦਾ ਹੈ? ਵੇਖੋ ਨਾ, ਸਾਚਾ ਸਾਹਿਬ ਸਦ ਮਿਹਰਵਾਨ, ਇਸ ਸ਼ਬਦ ਵਿੱਚ ਜਵਾਬ ਮਿਲ ਜਾਵੇਗਾ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ, ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗਮਾਨ। ਸਾਚਾ ਸਾਹਿਬ ਸਦ ਮਿਹਰਵਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੈ, ਹੋਈ ਸਰਬ ਕਲਿਆਣ। ਹੁਣ ਸਮਝਿਓ, ਉਹ ਸਦਾ ਮਿਹਰਵਾਨ ਹੈ। ਤੇ ਕੀ ਕੀ ਦਿੰਦਾ? ਕਹਿੰਦੇ ਜੀਓ ਪਾਏ, ਆ ਸਰੀਰ ਪਾ ਲਿਆ, ਪਿੰਡ ਜਿਨ ਸਾਜਿਆ, ਜੀਓ ਜਿੰਦ ਦਿੱਤੀ, ਪਿੰਡ ਸਰੀਰ ਦਿੱਤਾ, ਪਹਿਨਣ ਨੂੰ ਕੱਪੜੇ ਦਿੱਤੇ, ਖਾਣ ਵਾਸਤੇ ਭੋਜਨ ਦਿੱਤਾ, ਰਹਿਣ ਵਾਸਤੇ ਥਾਂ ਦਿੱਤਾ। ਕਰਮਾਂ ਦੇ ਅਨੁਸਾਰ ਪਾਲਣਾ ਪੋਸ਼ਣਾ ਕਰ ਰਿਹਾ ਹੈ, ਬਿਨਾਂ ਕਿਸੇ ਵਿਤਕਰੇ ਤੋਂ। ਜੋ ਤੂੰ ਕਮਾਇਆ, ਜੋ ਤੂੰ ਪਿਛਲਾ ਬੀਜਿਆ, ਉਹੀ ਅੱਗੇ ਆ ਰਿਹਾ। ਜੇ ਅੱਜ ਸੋਹਣਾ ਸਰੀਰ ਹੈ, ਪਾਣ ਨੂੰ
ਕੱਪੜੇ ਨੇ, ਖਾਣ ਨੂੰ ਭੋਜਨ ਹੈ, ਰਹਿਣ ਨੂੰ ਚੰਗੀ ਥਾਂ ਹੈ, ਤੇ ਵੇਖ ਵੇਖ ਝੁਰਿਆ ਨਾ ਕਰੀਏ ਉਹਦੇ ਕੋਲ ਬਹੁਤ ਹੈ, ਮੇਰੇ ਕੋਲ ਘੱਟ ਹੈ। ਕਰਮਾਂ ਦੀ ਖੇਡ ਹੈ, ਕਰਮਾਂ ਕਰਕੇ ਹੈ। ਇਸ ਕਰਕੇ ਇੱਕ ਰਸ ਰਹਿਣਾ ਸਿੱਖ ਲਈਏ, ਆਨੰਦ ਦੇ ਵਿੱਚ ਰਹਿਣਾ ਸਿੱਖ ਲਈਏ। ਕਹਿੰਦੇ ਇਹ ਸਾਰਾ ਕੁਝ ਜਿਹੜਾ ਹੈ ਨਾ, ਇਉਂ ਜਾਣ ਲੈਣਾ ਕਰੋ। ਕਹਿੰਦੇ ਜੀਓ ਪਾਏ ਜਿੰਦ ਪਾਈ, ਪਿੰਡ ਜਿਨ ਸਾਜਿਆ, ਸਰੀਰ ਦਿੱਤਾ, ਦਿੱਤਾ ਪਹਿਨਣ ਖਾਣ, ਸਾਰਾ ਕੁਝ ਦਿੱਤਾ। ਇਸ ਕਰਕੇ ਮਾਲਕ ਆਪਣੇ ਦਾਸ ਕੀ ਆਪ ਪੈਜ ਰਾਖੀ, ਆਪਣੇ ਕਹਿੰਦੇ ਉਹ ਜੀਵਾਂ ਦੀ ਆਪ ਪੈਜ ਰੱਖਦਾ ਹੈ, ਜਿਹੜੇ ਉਹਦਾ ਨਾਮ ਜਪਦੇ, ਸੇਵਾ ਸਿਮਰਨ ਕਰਦੇ, ਭਜਨ ਸਿਮਰਨ ਕਰਦੇ। ਨਾਨਕ ਸਦ ਕੁਰਬਾਨ, ਇਹੋ ਜੇ ਮਾਲਕ ਤੋਂ ਸਦਾ ਕੁਰਬਾਨ ਜਾਈਏ, ਉਸ ਦਾ ਸ਼ੁਕਰ ਕਰੀਏ। ਲਕਈ ਕਹਿੰਦੇ ਵਿਸ਼ਨ ਜੋ ਵਿਸ਼ਿਆਂ ਤੋਂ ਰਹਿਤ ਪਰਮਾਤਮਾ ਹੈ, ਵਿਸ਼ ਨਾ, ਵਿਸ਼ਨ ਸ਼ਬਦ ਬਣਿਆ ਵਿਸ਼ ਨਾ, ਜਿਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਨਹੀਂ, ਭੇਦ ਭਾਵ ਨਹੀਂ। ਇਸ ਪ੍ਰਕਾਰ ਕਹਿੰਦੇ ਉਸ ਅਕਾਲ ਪੁਰਖ ਦਾ ਜੋ ਬੋਲਾ ਹੈ ਨਾ, ਉਹਦੇ ਜਿਹੜੇ ਭਗਤ ਨੇ, ਫਕੀਰ ਨੇ, ਕਹਿੰਦੇ ਉਹ ਤਾਂ ਜਾਣ ਲੈਂਦੇ ਨੇ ਕਿ ਗੁਰੂ ਦੀ ਮੱਤ ਲੈ ਕੇ ਆਨੰਦ ਨੂੰ ਮਾਣ ਲੈਂਦੇ ਨੇ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ, ਉਹ ਤਾਂ ਮਾਣ ਲੈਂਦੇ ਨੇ। ਪਰ ਜਿਹੜੇ ਲੋਕ ਨੇ ਨਾ, ਕਹਿੰਦੇ ਉਹ ਬੋਲੀ ਸਮਝਦੇ ਨਹੀਂ, ਅਗਿਆਨਤਾ ਵਿੱਚ ਫਸੇ ਰਹਿੰਦੇ ਨੇ। ਕਾਰਨ ਕੀ ਹੈ ਬੋਲੀ ਨਾ ਸਮਝਣ ਦਾ? ਕਹਿੰਦੇ ਜਿਵੇਂ ਈਸ਼ਵਰ ਅਤੇ ਜੀਵ ਦੀ ਆਪਸ ਵਿੱਚ ਦੁਬਿਧਾ ਹੈ। ਦੁਬਿਧਾ ਕੀ ਹੈ? ਆਪਾਂ ਕਹਿੰਦੇ ਆ ਨਾ ਕਿ ਮੈਂ ਪ੍ਰਮਾਤਮਾ ਦੀ ਇੱਕ ਅੰਸ਼ ਹਾਂ, ਉਹਦਾ ਨਾਮ ਆ ਹੈ ਤੇ ਮੇਰਾ ਨਾਮ ਆ ਹੈ, ਏਦਾਂ ਕਹਿ ਦਿੰਨੇ ਆਪਾਂ। ਉਹਦਾ ਰੰਗ ਗੋਰਾ ਹੈ ਤੇ ਮੇਰਾ ਰੰਗ ਕਾਲਾ ਹੈ, ਜਾਂ ਮੇਰਾ ਰੰਗ ਗੋਰਾ ਹੈ ਉਹਦਾ ਰੰਗ ਕਾਲਾ ਹੈ, ਉਹਦਾ ਕੱਦ ਉੱਚਾ ਹੈ ਮੇਰਾ ਕੱਦ ਨੀਵਾਂ ਹੈ, ਜਾਂ ਇਉਂ ਆਪਾਂ ਗੱਲਾਂ ਕਰਦੇ ਆ ਨਾ। ਕਹਿੰਦੇ ਇਹ ਕੋਈ ਨਹੀਂ ਕਰਦਾ। ਫਿਰ ਜਦੋਂ ਪਤਾ ਲੱਗ ਜਾਵੇ ਨਾ ਕਿ ਇੱਕ ਹੈ, ਬ੍ਰਹਮ ਹੈ, ਸਾਰੇ ਪਾਸੇ ਹੀ ਆਤਮਾ ਕਰਕੇ ਸਾਰਾ ਕੁਝ ਹੈ, ਕਿ ਉਹਦੇ ਬਲ ਤੋਂ ਬਿਨਾ ਕੋਈ ਵੀ ਕਿਸੇ ਕੰਮ ਦਾ ਨਹੀਂ। ਗੱਲ ਇੱਥੇ ਲੈ ਆਇਆ ਕਰੋ ਕਿ ਜੇ ਆਤਮਾ ਹੀ ਨਿਕਲ ਗਈ ਤੇ ਲੰਬੇ ਨੂੰ ਕੀ ਕਰਨਾ ਹੈ? ਜੇ ਵਿੱਚ ਉਹ ਆਤਮਾ ਹੀ ਨਿਕਲ ਗਈ ਤੇ ਗੋਰੇ ਕਾਲੇ ਦੇ ਕਾਹਦਾ ਸਵਾਲ ਰਹਿ ਗਿਆ? ਖਤਮ ਹੋ ਗਿਆ ਨਾ। ਇਸ ਕਰਕੇ ਕਹਿੰਦੇ ਇਹ ਦੁਬਿਧਾ ਕਰਕੇ ਹੋ ਰਿਹਾ ਹੈ ਕਿ ਜਿਹੜੀ ਪ੍ਰਮਾਤਮਾ ਦੀ ਤੇ ਜੀਵਾਂ ਦੀ ਉਤਪਤੀ ਹੈ ਨਾ, ਉਹਦੀ ਬੋਲੀ ਨਹੀਂ ਕੋਈ ਸਮਝ ਰਿਹਾ ਕਿ ਬ੍ਰਹਮ ਹੈ ਸਾਰੇ ਪਾਸੇ, ਆਤਮਾ ਕਰਕੇ ਸਾਰੇ ਪਾਸੇ ਬ੍ਰਹਮ ਹੈ। ਤੇ ਜਿੱਦਣ ਆਤਮਾ ਨਿਕਲ ਗਈ, ਕਹਿੰਦੇ ਅਗਿਆਨਤਾ ਕਰਕੇ ਸੰਸਾਰ ਲੱਗ ਰਿਹਾ ਹੈ। ਫਿਰ ਕਹਿੰਦੇ ਜੇ ਨਾ ਕੁਝ ਖੱਟ ਸਕੇ, ਨਾਮ ਨਾ ਜਪ ਸਕੇ, ਪਛਤਾਵਾ ਰਹਿ ਜਾਏਗਾ, ਕੱਲਾ ਪਛਤਾਵਾ। ਇਸ ਕਰਕੇ ਇਹ ਦੁਬਿਧਾ ਕਰਕੇ ਹੀ ਜਿਹੜਾ ਸੰਸਾਰ ਹੈ, ਅਗਿਆਨਤਾ ਕਰਕੇ ਹੀ ਸਾਨੂੰ ਸੰਸਾਰ ਲੱਗ ਰਿਹਾ। ਰਿਸ਼ਤੇ ਨਾਤੇ ਜੁੜੇ ਨੇ, ਨਹੀਂ ਤੇ ਫਿਰ ਆਪਾਂ ਕਹਿ ਦਿੰਦੇ ਆ ਨਾ ਵੀ ਇਹ ਤਾਂ ਫੱਕਰ ਹੋ ਗਿਆ। ਇਹਨੇ ਪ੍ਰਮਾਤਮਾ ਨੂੰ ਪਾਇਆ ਹੋਇਆ ਮਸਤਾਨਾ ਹੈ, ਹਰ ਪਾਸੇ ਇਹਨੂੰ ਪ੍ਰਮਾਤਮਾ ਹੀ ਪ੍ਰਮਾਤਮਾ ਦਿਸ ਰਿਹਾ ਹੈ। ਅਸਲ ਵਿੱਚ ਅਸੀਂ ਵੀ ਉੱਥੇ ਤੱਕ ਪਹੁੰਚਣਾ ਹੈ ਜਿੱਥੇ ਮਹਾਰਾਜ ਕਹਿੰਦੇ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਹਰ ਪਾਸੇ ਹੀ ਉਸੇ ਦਾ ਹੀ ਆਵਾਜ਼ਾਂ ਹੈ, ਉਹ ਆਪ ਹੀ ਸੁਣਦਾ ਹੈ, ਆਪ ਹੀ ਬੋਲਦਾ ਹੈ, ਸਾਰਾ ਕੁਝ ਆਪ ਹੀ ਕਰ ਰਿਹਾ ਹੈ, ਆਪ ਹੀ ਸਾਰਾ ਕੁਝ ਬਣਾਉਣ ਵਾਲਾ ਹੈ। ਕਹਿੰਦੇ ਜਿਹੜਾ ਤੇ ਉਹਦਾ ਨਾਮ ਜਪਦਾ ਹੈ, ਸੇਵਾ ਸਿਮਰਨ ਕਰਦਾ ਹੈ, ਭਜਨ ਬੰਦਗੀ 'ਚ ਜੁੜਦਾ ਹੈ ਨਾ, ਉਹ ਤੇ ਹੱਸਦਾ ਰਹਿੰਦਾ ਹੈ, ਹਰ ਸਮੇਂ ਆਨੰਦ ਵਿੱਚ ਰਹਿੰਦਾ, ਖਿੜਿਆ ਰਹਿੰਦਾ, ਸਰੂਰ 'ਚ ਰਹਿੰਦਾ, ਮਸਤੀ 'ਚ ਰਹਿੰਦਾ। ਤੇ ਜਿਹੜਾ ਕਹਿੰਦੇ ਪਾਪ ਪੁੰਨ ਦੇ ਗੇੜ ਵਿੱਚ ਫਸ ਜਾਂਦਾ ਹੈ, ਇਹਨਾਂ ਵਿੱਚ ਫਸ ਜਾਂਦਾ ਹੈ, ਪਾਪਾਂ ਵਿੱਚ ਕਿ ਮੇਰੇ ਕੋਲ ਪਾਪ ਬਹੁਤੇ ਹੋ ਗਏ, ਪੁੰਨ ਨਹੀਂ ਕਰ ਸਕਿਆ, ਜਾਂ ਮੈਂ ਪੁੰਨ ਹੀ ਬੜੇ ਕਰ ਦਿੱਤੇ, ਮੈਂ ਤੇ ਪਾਪ ਕੀਤਾ ਹੀ ਕੋਈ ਨਹੀਂ। ਜਿਹੜਾ ਇਹ ਕਹਿੰਦਾ ਹੈ ਨਾ ਕਿ ਮੈਂ ਪਾਪ ਕੀਤਾ ਹੀ ਕੋਈ ਨਹੀਂ, ਇਹਦਾ ਮਤਲਬ ਮੈਂ ਹੰਕਾਰ ਹੈ ਕਿ ਮੈਂ ਪੁੰਨ ਹੀ ਕੀਤੇ ਨੇ। ਤੇ ਜਿਹੜਾ ਇਹ ਕਹਿ ਰਿਹਾ ਮੇਰੇ ਕੋਲ ਪੁੰਨ ਹੀ ਨਹੀਂ ਹੋਏ, ਪਾਪ ਹੀ ਹੋਏ ਨੇ, ਉਹ ਵੀ ਫਸਿਆ ਹੋਇਆ ਇਹਨਾਂ ਵਿੱਚ, ਪਾਪ ਪੁੰਨ ਵਿੱਚ ਫਸਿਆ ਹੈ। ਕਹਿੰਦੇ ਇਉਂ ਜਿਹੜਾ ਧਾਰਦਾ ਉਹ ਫਿਰ ਲੱਖਾਂ ਮਨ ਬੋਝ ਸਿਰ ਤੇ ਚੁੱਕ ਲੈਂਦਾ, ਕੁਝ ਨਹੀਂ ਉਹਦੇ ਪੱਲੇ ਰਹਿੰਦਾ, ਬਸ ਇਹਨਾਂ ਚੱਕਰਾਂ ਵਿੱਚ ਹੀ ਕਹਿੰਦੇ ਉਮਰ ਲੰਘਾ ਲੈਂਦਾ, ਪਾਪ ਪੁੰਨ ਬਸ ਇਹੀ ਕਰਦਾ ਕਰਦਾ ਮਰ ਜਾਂਦਾ। ਪਰ ਕਹਿੰਦੇ ਇੱਕ ਉਹ ਨੇ ਜਿਨ੍ਹਾਂ ਦੀ ਬਾਬਤ ਆਪਾਂ ਪੜ੍ਹਦੇ ਹਾਂ, ਕਹਿੰਦੇ
ਬੜਾ ਸੁੰਦਰ ਲਿਖਿਆ ਕਿਸੇ ਨੇ, ਕਹਿੰਦੇ ਜਦੋਂ ਮੈਂ ਨਾ ਆਪੇ ਦੀ ਪਹਿਚਾਣ ਲੱਗਾ ਉਦੋਂ ਬੜੀ ਮਸਤੀ ਸੀ ਉਦੋਂ। ਕਿਸੇ ਪ੍ਰਕਾਰ ਦੀ ਕੋਈ ਹਸਤੀ ਨਹੀਂ ਸੀ ਮੇਰੀ, ਮੈਂ ਆਪਣੇ ਆਪ ਨੂੰ ਕੁਝ ਜਨਾਉਂਦਾ ਨਹੀਂ ਸੀ ਕਿ ਮੈਂ ਬਹੁਤ ਵੱਡਾ, ਨਾ ਨਾ, ਮਹਾਰਾਜ ਦੇ ਚਰਨਾਂ ਨਾਲ ਜੁੜਿਆ ਸਾਂ। ਕਹਿੰਦੇ ਜਦੋਂ ਦਾ ਫਿਰ ਪ੍ਰੇਮ ਟੁੱਟ ਗਿਆ, ਮੋਹ ਮਾਇਆ ਦਾ ਜਿਹੜਾ ਜਾਲ ਪੈ ਗਿਆ, ਪ੍ਰੀਤੀ ਟੁੱਟ ਗਈ, ਕੀ ਹੋ ਗਿਆ? ਕਹਿੰਦੇ ਮੈਂ ਫਸ ਗਿਆ ਇਸ ਚੱਕਰਾਂ ਵਿੱਚ, ਮੈਂ ਆਪਣੀ ਮਸਤੀ ਗਵਾ ਲਈ। ਜਦੋਂ ਮੈਂ ਇਹ ਸੋਚਣ ਲੱਗ ਪਿਆ ਕਿ ਮੇਰੇ ਕੋਲ ਪੈਸਾ ਬਹੁਤਾ ਹੋਣਾ ਚਾਹੀਦਾ, ਘਰ-ਬਾਰ ਹੋਣਾ ਚਾਹੀਦਾ, ਸੋਹਣਾ ਬੰਗਲੇ ਹੋਣੇ ਚਾਹੀਦੇ, ਗੱਡੀਆਂ ਹੋਣੀਆਂ ਚਾਹੀਦੀਆਂ, ਕਿੱਥੇ ਐਵੇਂ ਮੈਂ ਗਰੀਬੀ ਵਿੱਚ ਜ਼ਿੰਦਗੀ ਕੱਟੀ ਜਾਂਦਾ, ਲੋਭ ਆ ਗਿਆ। ਕਹਿੰਦੇ ਫਿਰ ਉਹ ਇਉਂ ਹੀ ਪਾਪ ਪੁੰਨ ਦੇ ਚੱਕਰਾਂ ਵਿੱਚ ਨਾ ਪਤਾ ਲੱਗਦਾ ਵੀ ਕਿਰਤ ਕਰਕੇ ਧਨ ਕਿਵੇਂ ਕਮਾਉਣਾ, ਦਸਾਂ ਨੌਆਂ ਦੀ ਸੱਚੀ ਸੁੱਚੀ ਕਿਰਤ ਕਰਕੇ ਧਰਮ ਨੂੰ ਵਿੱਚ ਰੱਖ ਕੇ ਕਿਵੇਂ ਜੀਵਨ ਚਲਾਉਣਾ, ਇਹ ਭੁੱਲ ਜਾਂਦਾ ਹੈ। ਜਿਵੇਂ ਮੰਨ ਲਓ ਇੱਕ ਮਨੁੱਖ ਨੂੰ ਸੁਪਨਾ ਆਵੇ, ਸੁੱਤਿਆ ਪਿਆ ਕੋਈ ਸੁਪਨਾ ਆ ਗਿਆ ਤੇ ਬੜਾ ਕੁਝ ਉਹਨੇ ਵੇਖਿਆ, ਤੇ ਕਹਿੰਦੇ ਇਉਂ ਜਾਣੋ, ਜਿਵੇਂ ਸ਼ਬਦ ਪੜ੍ਹਦੇ ਆ ਨਾ ਭਗਤ ਰਵਿਦਾਸ ਜੀ ਦੀ ਬਾਣੀ, ਕੀ ਸ਼ਬਦ ਹੈ? ਜਬ ਹਮ ਹੋਤੇ ਤਬ ਤੂ ਨਾਹੀ, ਅਬ ਤੂ ਹੀ ਮੈਂ ਨਾਹੀ, ਅਨਲ ਅਗਮ ਜੈਸੇ ਲਹਿਰ ਮੈਂ ਓਦਦ, ਜਲ ਕੇਵਲ ਜਲ ਮਾਹੀ। ਕਹਿੰਦੇ ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਭਾਵ ਹੁਣ ਇੱਥੇ ਸਪਸ਼ਟ ਹੁੰਦਾ ਹੈ ਭਰਮ ਕੀ ਹੈ। ਮਨੁੱਖ ਨੂੰ ਭਰਮ ਪੈ ਗਿਆ ਕਿ ਸੰਸਾਰ ਸੱਤ ਹੈ, ਠੀਕ ਹੈ ਜੀ। ਕਹਿੰਦੇ ਐ ਮਾਇਆ ਦੇ ਸੁਆਮੀ ਭਰਮ ਕੀ ਹੁੰਦਾ ਹੈ, ਮੈਨੂੰ ਦੱਸੋ। ਮਹਾਰਾਜ ਨੇ ਫਿਰ ਜਵਾਬ ਦਿੱਤਾ, ਮਾਧਵੇ ਕਿਆ ਕਹੀਏ ਭ੍ਰਮ ਐਸਾ। ਇਹ ਸਵਾਲ ਕਰ ਦਿੱਤਾ ਮਾਇਆ ਦੇ ਸੁਆਮੀ ਨੂੰ, ਅਕਾਲ ਪੁਰਖ ਨੂੰ। ਕਹਿੰਦੇ ਅੱਗੋਂ ਫਿਰ ਜਵਾਬ ਆਇਆ, ਜੈਸਾ ਮਾਨੀਏ ਹੋਏ ਨਾ ਤੈਸਾ, ਕਿ ਜਿੱਦਾਂ ਦਾ ਤੂੰ ਜਾਣ ਲਿਆ ਕਿ ਸੰਸਾਰ ਵਿੱਚ ਜੀਵ ਹੈ ਨੇ। ਭਾਵ ਕਹਿਣ ਦਾ ਸਧਾਰਨ ਸ਼ਬਦਾਂ ਵਿੱਚ, ਜਿਵੇਂ ਅੱਜ ਆਪਾਂ ਕਹੀਏ ਕਿ ਇੰਨਾ ਸਮਾਂ ਪਹਿਲਾਂ ਦਾਦਾ ਜੀ ਸਨ ਤੇ ਅੱਜ ਉਹ ਸਰੀਰ ਕਰਕੇ ਨਹੀਂ ਰਹੇ। ਭਾਵ ਹੈ ਸਨ ਪਰ ਹੁਣ ਨਹੀਂ ਰਹੇ, ਨਾਸ਼ ਹੋ ਗਿਆ, ਸਰੀਰ ਨਾਸ਼ਵਾਨ ਹੈ ਨਾ, ਨਾਸ਼ ਹੋ ਗਿਆ। ਕਹਿੰਦੇ ਮਨੁੱਖ ਨੇ ਇਉਂ ਜਾਣ ਲਿਆ ਕਿ ਜੈਸਾ ਮਾਨੀਏ ਹੋਏ ਨਾ ਤੈਸਾ। ਭਾਵ ਇਹ ਮਿੱਥਿਆ ਰੂਪ ਹੈ, ਸਤ ਰੂਪ ਨਹੀਂ ਹੈ। ਇਹ ਨਹੀਂ ਕਿ ਉਹ ਹੋਏ ਨਹੀਂ ਸੀ, ਕੋਈ ਇਹ ਨਹੀਂ ਕਹਿ ਸਕਦਾ ਕਿ ਸਾਡਾ ਦਾਦਾ ਹੈ ਹੀ ਨਹੀਂ ਸੀ, ਸਾਡਾ ਨਾਨਾ ਹੈ ਹੀ ਨਹੀਂ ਸੀ, ਨਹੀਂ, ਉਹ ਸੀ ਤੇ ਤੇਰੀ ਹੋਂਦ ਹੋਈ ਹੈ। ਇਹ ਨਹੀਂ ਕਹਿ ਸਕਦਾ ਕਿ ਸੰਸਾਰ ਹੈ ਹੀ ਨਹੀਂ, ਹੈ ਜ਼ਰੂਰ ਹੈ ਪਰ ਮਿੱਥਿਆ ਹੈ, ਕੁਝ ਸਮੇਂ ਵਾਸਤੇ ਹੈ। ਜਿਵੇਂ ਮਨੁੱਖ ਦੀ ਉਮਰਾ ਕੁਝ ਸਮੇਂ ਵਿੱਚ ਨਿਯਤ ਹੈ, ਕਾਲ ਦੇ ਸਮੇਂ ਦੇ ਅਧੀਨ ਹੀ ਆਉਂਦਾ ਹੈ ਤੇ ਕਾਲ ਦੇ ਵਿੱਚ ਹੀ ਸਮੇਂ ਦੇ ਅਧੀਨ ਹੋ ਕੇ ਹੀ ਉਮਰਾ ਭੋਗ ਕੇ ਸਵਾਸਾਂ ਦੀ ਪੂੰਜੀ ਖਤਮ ਹੋ ਜਾਂਦੀ ਹੈ, ਚਲਿਆ ਜਾਂਦਾ। ਜਿਵੇਂ ਮਹਾਰਾਜ ਨੇ ਆਖਿਆ ਨਾ, ਕਾਲ ਕੇ ਬਣਾਏ ਸਭੈ ਕਾਲ ਹੀ ਚਬਾਹੇਂਗੇ। ਜਿਹਦਾ ਜਨਮ ਸਮੇਂ ਦੇ ਅਧੀਨ ਹੋਇਆ ਉਹਦੀ ਮੌਤ ਵੀ ਸਮੇਂ ਦੇ ਅਧੀਨ ਹੋਣੀ। ਇਸ ਪ੍ਰਕਾਰ ਕਹਿੰਦੇ ਇਉਂ ਜਾਣੋ ਕਿ ਜੈਸਾ ਮਾਨੀਏ ਹੋਏ ਨਾ ਤੈਸਾ। ਜਿੱਦਾਂ ਦਾ ਜਾਣ ਲਿਆ ਉੱਦਾਂ ਦਾ ਹੈ ਨਹੀਂ, ਕਲਪਿਤ ਦਦਾਤਮਕ ਸੰਬੰਧ ਕਰਕੇ ਕੇਵਲ ਦਿਸ ਰਿਹਾ ਮਿਥਿਆ ਰੂਪ ਹੈ। ਅੱਗੇ ਫਿਰ ਸ਼ਬਦ ਆਇਆ, ਕਹਿੰਦੇ ਨਰਪਤ ਏਕ ਸਿੰਘਾਸਣ ਸੋਇਆ। ਇੱਕ ਰਾਜਾ ਸੁਪਨੇ ਦੇ ਵਿੱਚ ਸੁੱਤਾ ਪਿਆ ਸੀ ਤੇ ਉਹਨੂੰ ਸੁਪਨਾ ਆਇਆ। ਜਦੋਂ ਸੁੱਤਾ ਹੋਇਆ ਸੀ, ਕੀ ਸੁਪਨਾ ਆਇਆ? ਸੁਪਨੇ ਭਇਆ ਭਿਖਾਰੀ, ਕਿ ਮੈਂ ਭਿਖਾਰੀ ਬਣ ਗਿਆ। ਹੈ ਰਾਜਾ ਸੀ, ਉਹ ਹਿੱਲ ਗਿਆ ਵੀ ਆਹ ਕੀ ਹੋ ਗਿਆ। ਸੁਪਨੇ 'ਚ ਜਦੋਂ ਉਹਨੂੰ ਭਿਕਸ਼ਾ ਮੰਗਣੀ ਪਈ, ਪਤਾ ਨਹੀਂ ਨਾ ਲੱਗਦਾ ਸੁਪਨੇ ਵਿੱਚ ਕੀ ਹੋ ਰਿਹਾ, ਸੱਤ ਹੈ ਕਿ ਅਸੱਤ ਹੈ। ਇਉਂ ਹੀ ਸੰਸਾਰ ਹੈ। ਕਹਿੰਦੇ ਉਹਨੂੰ ਸੁਪਨਾ ਆ ਗਿਆ। ਵੇਖੋ ਕਿੱਡੀ ਸੋਹਣੀ ਉਦਾਹਰਣ ਮਹਾਰਾਜ ਨੇ ਦਿੱਤੀ, ਭਗਤ ਰਵਿਦਾਸ ਜੀ ਦੀ ਬਾਣੀ ਹੈ। ਕਹਿੰਦੇ ਅਛਤ ਰਾਜ ਵਿਛੁਰਤ ਦੁਖ ਪਾਇਆ, ਸੋ ਗਤ ਭਈ ਹਮਾਰੀ। ਉਹਨੇ ਆਪਣਾ ਰਾਜ ਭਾਗ ਸੁਪਨੇ 'ਚ ਖੋ ਲਿਆ ਤੇ ਬੜਾ ਦੁੱਖ ਮਹਿਸੂਸ ਹੋਇਆ ਕਿ ਮੈਂ ਰਾਜਾ ਸੀ, ਮੈਂ ਭਿਕਸ਼ਾ ਮੰਗ ਰਿਹਾ, ਐਡਾ ਮਾੜਾ ਸਮਾਂ ਆ ਗਿਆ ਮੇਰੇ ਤੇ, ਇਹ ਕੀ ਬਣ ਗਿਆ। ਕਹਿੰਦੇ ਜਦੋਂ ਏਦਾਂ ਉਹ ਸੋਚਣ ਲੱਗ ਪਿਆ ਨਾ
ਤੇ ਕਹਿੰਦੇ ਇਹੋ ਜੀ ਹਾਲਤ ਹੀ ਸਾਡੀ ਬਣ ਗਈ ਹੈ। ਅਸੀਂ ਵੀ ਇਉਂ ਹੀ ਸੋਚਦੇ ਰਹਿੰਦੇ ਆ ਕਿ ਸਾਨੂੰ ਆ ਨਹੀਂ ਮਿਲਿਆ, ਆ ਮਿਲਣਾ ਚਾਹੀਦਾ ਸੀ। ਜੇ ਕੋਈ ਚੀਜ਼ ਮਿਲ ਗਈ ਉਹ ਖੋਈ ਜਾਂਦੀ ਹੈ ਤੇ ਆਪਾਂ ਤਾਂ ਝੁਰਦੇ ਰਹਿੰਦੇ ਆ। ਇਹੀ ਕਹਿੰਦੇ ਹਾਲ ਸਾਡਾ ਹੈ। ਪਰ ਕਹਿੰਦੇ ਅਸਲ ਵਿੱਚ ਹੈ ਕੁਝ ਵੀ ਨਹੀਂ, ਸੁਪਨਾ ਹੁੰਦਾ ਥੋੜ੍ਹੀ ਹੈ ਤੇ ਕਲਪ ਮਾਤਰ ਹੈ, ਕਲਪਿਆ ਹੋਇਆ। ਇਸੇ ਤਰ੍ਹਾਂ ਕਹਿੰਦੇ ਸੰਸਾਰ ਹੈ ਕੁਝ ਨਹੀਂ, ਕੇਵਲ ਕਲਪਿਆ ਹੋਇਆ ਹੈ, ਬਸ ਦਿਸ ਰਿਹਾ ਹੈ, ਸੁਪਨੇ ਮਾਤਰ ਹੈ। ਜਦੋਂ ਬੰਦੇ ਨੂੰ ਜਾਗ ਆਉਂਦੀ ਹੈ, ਜਿਹਦੀ ਬਾਬਤ ਗੁਰਬਾਣੀ ਵਿੱਚ ਆਖਿਆ ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ। ਕਹਿੰਦੇ ਜਦੋਂ ਅੰਦਰੋਂ ਜਾਗ ਆਉਂਦੀ ਹੈ, ਪਤਾ ਲੱਗਦਾ ਕਿ ਸਾਰਾ ਕੁਝ ਆਤਮਾ ਹੀ ਹੈ, ਸਾਰਾ ਕੁਝ ਬ੍ਰਹਮ ਹੈ। ਫਿਰ ਉਹਨੂੰ ਸੁਰਤੀ ਆਉਂਦੀ ਹੈ ਕਿ ਮੈਂ ਤੇ ਐਵੇਂ ਹੀ ਸੰਸਾਰ ਵਿੱਚ ਫਸਿਆ ਰਿਹਾ, ਐਵੇਂ ਹੀ ਮੋਹ ਕਰ ਬੈਠਾ, ਮਾਇਆ ਦੇ ਜਾਲ ਵਿੱਚ ਫਸਿਆ ਰਿਹਾ। ਫਿਰ ਅਸਲ ਬ੍ਰਹਮ ਵਿੱਚ ਲੀਨ ਹੁੰਦਾ ਹੈ। ਕਹਿੰਦੇ ਇਸੇ ਤਰ੍ਹਾਂ ਅੱਗੇ ਬਚਨ ਕਰਦੇ, ਅਛਤ ਰਾਜ ਵਿਚਰਤ ਦੁਖ ਪਾਇਆ, ਸੋਗਤ ਭਈ ਹਮਾਰੀ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ, ਕਨਕ ਕਟਕ ਜੈਸੇ ਭੂਲ ਪਰੇ, ਅਬ ਕਹਤੇ ਕਹਿਨ ਨਾ ਆਇਆ। ਇਹ ਉਦਾਹਰਣ ਦਿੱਤੀ। ਰੱਜ ਕਹਿੰਦੇ ਰੱਸੀ ਨੂੰ, ਰਾਜ ਪ੍ਰਸੰਗ ਭੁਯੰਗ ਜੈਸੇ ਹੈ। ਕਹਿੰਦੇ ਜਿਵੇਂ ਰੱਸੀ ਤੇ ਸੱਪ, ਮੰਨ ਲਓ ਥੋੜਾ ਥੋੜਾ ਨਾ ਬਹੁਤਾ ਚਾਨਣ ਹੋਵੇ, ਨਾ ਬਹੁਤਾ ਦਿਨ ਹੋਵੇ, ਨਾ ਬਹੁਤੀ ਰਾਤ ਹੋਵੇ, ਨਾ ਹਨੇਰਾ ਹੋਵੇ, ਠੀਕ ਠੀਕ ਜਿਹਾ ਹੋਵੇ, ਨਾ ਬਹੁਤੀ ਰਾਤ ਨਾ ਬਹੁਤਾ ਦਿਨ। ਕਹਿੰਦੇ ਰੱਸੀ ਪਈ ਹੋਵੇ ਅੱਗੇ, ਤੇ ਜਦੋਂ ਮਨੁੱਖ ਸੜਕ ਤੇ ਤੁਰਿਆ ਜਾਂਦਾ ਉਹ ਡਰ ਜਾਂਦਾ, ਉਹ ਕਹਿੰਦਾ ਕਿਤੇ ਸੱਪ ਤਾਂ ਨਹੀਂ ਅੱਗੇ, ਕਿਉਂਕਿ ਰੱਸੀ ਦੇ ਆਕਾਰ ਵਾਂਗੂ ਹੀ ਹੁੰਦਾ ਨਾ। ਕਹਿੰਦੇ ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਤੇ ਕਹਿੰਦੇ ਮਨੁੱਖ ਜਾਣ ਲੈਂਦਾ ਹੈ ਕੁਝ ਸਮੇਂ ਵਾਸਤੇ ਹੁੰਦਾ ਹੈ, ਜਦੋਂ ਅੱਗੇ ਜਾ ਕੇ ਵੇਖਦਾ ਕਿ ਨਹੀਂ ਨਹੀਂ ਇਹ ਤਾਂ ਭੁਲੇਖਾ ਪੈ ਗਿਆ, ਤਾਂ ਰੱਸੀ ਸੀ, ਫਿਰ ਉਹਨੂੰ ਗਿਆਨ ਹੋ ਜਾਂਦਾ ਹੈ। ਇਸੇ ਤਰ੍ਹਾਂ ਮਨੁੱਖ ਜਦੋਂ ਅਗਿਆਨਤਾ ਰੂਪ ਹਨੇਰੇ ਵਿੱਚ ਠੋਕਰਾਂ ਮਾਰਦਾ ਨਾ, ਉਹਨੂੰ ਇਉਂ ਲੱਗਦਾ ਕਿ ਸੰਸਾਰ ਹੈ। ਪਰ ਜਦੋਂ ਉਹਨੂੰ ਗਿਆਨ ਹੁੰਦਾ ਨਾਮ ਜਪ ਕੇ, ਫਿਰ ਉਹਨੂੰ ਅਸਲ ਵਿੱਚ ਸੁੱਧ ਬੁੱਧ ਆਉਂਦੀ ਹੈ ਕਿ ਨਹੀਂ ਇਹ ਸਾਰਾ ਬ੍ਰਹਮ ਰੂਪ ਹੈ, ਮੇਰੇ ਅੰਦਰ ਆਤਮਾ ਹੈ ਤੇ ਮੈਂ ਕਿਰਿਆ ਕਰ ਰਿਹਾ। ਜੇ ਆਤਮਾ ਨਹੀਂ ਤੇ ਮੇਰੀ ਕੋਈ ਹੋਂਦ ਨਹੀਂ। ਜੇ ਪ੍ਰਮਾਤਮਾ ਦੀ ਜੋਤ ਸਾਡੇ ਵਿੱਚ ਨਹੀਂ ਤੇ ਅਸੀਂ ਕਿਸੇ ਕੰਮ ਦੇ ਨਹੀਂ, ਕੇਵਲ ਮਿੱਟੀ ਰਹਿ ਜਾਣੀ, ਉਹ ਸਾੜ ਕੇ ਸਵਾਹ ਕਰ ਦੇਣਾ। ਕਹਿੰਦੇ ਕਿਸੇ ਕੰਮ ਨਹੀਂ ਰਹਿ ਜਾਣਾ। ਇਸ ਕਰਕੇ ਹਰ ਪਾਸੇ ਬ੍ਰਹਮ ਹੀ ਬ੍ਰਹਮ ਹੈ। ਜਿਵੇਂ ਕਹਿੰਦੇ ਫਿਰ ਅੱਗੇ ਉਦਾਹਰਣ ਦਿੱਤੀ, ਕਨਕ ਕਟਕ ਜੈਸੇ ਭੂਲ ਪਰੇ, ਅਬ ਕਹਤੇ ਕਹਿਨ ਨਾ ਆਇਆ। ਕਣਕ ਕਹਿੰਦੇ ਸੋਨੇ ਨੂੰ, ਕਹਿੰਦੇ ਜਿਵੇਂ ਸੋਨੇ ਦੇ ਘੜੇ ਬਣੇ ਹੋਣ ਤੇ ਜਦੋਂ ਘੜਿਆਂ ਨੂੰ ਪਿਘਲਾ ਦਿੱਤਾ ਜਾਂਦਾ, ਮੁੜ ਉਹ ਸੋਨੇ ਦਾ ਰੂਪ ਹੀ ਹੋ ਜਾਂਦਾ, ਮੁੜ ਉਹ ਸੋਨਾ ਹੀ ਹੁੰਦਾ ਹੈ ਨਾ। ਕੋਈ ਇਹ ਤਾਂ ਨਹੀਂ ਕਹਿ ਸਕਦਾ ਕਿ ਸੋਨੇ ਦੇ ਕੜੇ ਬਣਾ ਦਿੱਤੇ ਜੀ, ਕੜੇ ਅੱਡ ਹੈ ਤੇ ਸੋਨਾ ਅੱਡ ਹੈ, ਨਹੀਂ ਕਹਿ ਸਕਦਾ ਨਾ ਕੋਈ ਵੀ। ਕੜੇ ਵੱਖਰੇ ਨੇ ਕਿਉਂਕਿ ਹੈ ਹੀ ਸੋਨੇ ਦੇ ਨੇ, ਸੋਨੇ ਤੋਂ ਪੈਦਾ ਹੋਏ ਨੇ, ਸੋਨੇ ਰਾਹੀਂ ਕੜਿਆਂ ਦੀ ਹੋਂਦ ਹੋਈ ਹੈ, ਕੜੇ ਵਿੱਚ ਤਬਦੀਲ ਹੋਏ। ਇਸੇ ਤਰ੍ਹਾਂ ਪ੍ਰਮਾਤਮਾ ਦੀ ਅੰਸ਼ ਜੀਵ ਦੇ ਵਿੱਚ ਤਬਦੀਲ ਹੋਈ ਹੈ ਕੁਝ ਵੀ ਨਹੀਂ। ਅੰਤ ਫਿਰ ਸੋਨਾ ਹੀ ਹੈ, ਅੰਤ ਫਿਰ ਆਤਮਾ ਹੀ ਹੈ, ਬ੍ਰਹਮ ਹੀ ਹੈ। ਇਸ ਕਰਕੇ ਕਹਿੰਦੇ ਅਬ ਕਛ ਮਰਮ ਜਨਾਇਆ, ਕਨਕ ਕਟਕ ਜੈਸੇ ਭੂਲ ਪਰੇ, ਅਬ ਕਹਤੇ ਕਹਿਨ ਨਾ ਆਇਆ। ਸਰਬੇ ਏਕ ਅਨੇਕੈ ਸੁਆਮੀ, ਸਾਰਿਆਂ ਵਿੱਚ ਇੱਕ ਹੀ ਹੈ, ਅਨੇਕਾਂ ਰੂਪ ਕਰਕੇ ਭਾਸ ਰਿਹਾ। ਕਹਿੰਦੇ ਸਭ ਘਟ ਭੋਗਵੈ ਸੋਈ, ਸਵਾਸ ਸਵਾਸ ਉਸ ਪਰਮਾਤਮਾ ਦਾ ਸਾਡੇ ਵਿੱਚ ਅੰਸ਼ ਹੈ। ਇਸ ਕਰਕੇ ਕਹਿ ਰਵਿਦਾਸ ਹਾਥ ਪੈ ਨੀਰੈ, ਸਹਜੇ ਹੋਏ ਸੋ ਹੋਈ। ਕਹਿੰਦੇ ਭਗਤ ਰਵਿਦਾਸ ਜੀ ਬਚਨ ਕਰਦੇ, ਕਹਿੰਦੇ ਉਹ ਪ੍ਰਮਾਤਮਾ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ। ਤੇ ਕਹਿੰਦੇ ਸਹਿਜ ਦੇ ਨਾਲ ਕਿਰਪਾ ਹੁੰਦੀ, ਜਦੋਂ ਰੰਗ ਲਾਗਤ 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 ਹੈ, ਭਾਉ ਭਾਗਤ 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 ਹੈ। ਹੌਲੀ ਹੌਲੀ ਜਦੋਂ ਮਨੁੱਖ ਜਪਦਾ ਹੈ, ਸਿਮਰਨ ਅਭਿਆਸ ਸੇਵਾ ਕਰਦਾ ਹੈ, ਨਾਮ ਜਪਦਾ, ਫਿਰ ਕਿਰਪਾ ਹੁੰਦੀ। ਇਸ ਕਰਕੇ ਆਪਾਂ ਪੜ੍ਹਦੇ ਹੁੰਨੇ ਕਈ ਵਾਰੀ ਹੱਥਾਂ ਪੈਰਾਂ ਤੋਂ ਵੀ ਨੇੜੇ, ਪਿਆਰਾ ਦੂਰ ਨਹੀਂ। ਇਹ ਧਾਰਨਾ ਰੂਪ ਵਿੱਚ ਵੀ ਪੜ੍ਹਦੇ ਆ ਨਾ। ਹੁਣ ਜਿਹੜਾ ਆਪ ਜੀਆਂ ਨੇ ਸਾਰਾ ਸਰਵਣ ਕੀਤਾ ਹੈ ਨਾ, ਇਹ ਤਾਂ ਸੀ ਬ੍ਰਹਮ ਦੀ ਵਿਚਾਰ ਕਿ ਜੀਵ ਤੇ ਈਸ਼ਵਰ ਕਿਵੇਂ ਹੈ, ਇਹਨਾਂ ਵਿੱਚ ਕੀ ਆਪਸ ਵਿੱਚ ਪਰਸਪਰ ਭੇਦ ਨੇ, ਪਰਸਪਰ ਭੇਦ ਕੀ ਹੈ, ਇੱਕ ਹੀ ਹੈ। ਸਾਰਾ ਸੰਸਾਰ ਸਾਧ ਸੰਗਤ ਜੀ ਸੁਪਨੇ ਦੀ ਨਿਆਈ ਭਾਸ ਰਿਹਾ। ਆਤਮਾ ਸਾਡੇ ਵਿੱਚ ਹੈ,
ਬਾਹਰ ਬ੍ਰਹਮ ਦਾ ਪਸਾਰਾ ਹੈ ਸਾਰਾ। ਇਹ ਸਮਝ ਗਏ।